Good morning, student. Today we will do the new topic, the first chapter of your syllabus, the intensive study. The name of the chapter, Gender Bias. This chapter is written by Sudha Murthy. ਇਸ ਚੈਪਟਰ ਦੇ ਰਾਜੇ ਨਾਮ ਤੋਂ ਹੀ ਸਾਨੂੰ ਕਲੀਅਰ ਹੋ ਰਿਹਾ ਜੈਂਡਰ ਬਾਇਸ ਮੀਨਸ ਕਿ ਜੈਂਡਰ ਦੇ ਬੇਸ ਦੇ ਉੱਪਰ ਪੱਖਪਾਤ ਕਰਨਾ। ਠੀਕ ਹੈ, ਸੁਧਾ ਮੂਰਤੀ ਹੈ ਜਿਹੜੀ ਇਹ ਜਦੋਂ ਆਪਣੀ ਕੋਰਸ ਕਰ ਰਹੀ ਸੀ ਐਮਟੈਕ ਦਾ ਬੈਂਗਲੌਰ ਦੇ ਵਿੱਚ, ਤਾਂ ਉਸ ਟਾਈਮ ਇਹਨੇ ਇੱਕ ਜੋਬ ਰਿਕੁਆਇਰਮੈਂਟ ਦੇਖੀ ਸੀਗੀ। ਤਾਂ ਉਹ ਟਾਈਮ ਕਿਹੜਾ ਸੀ 1974। ਤਾਂ ਉਸ ਟਾਈਮ ਇਹਨੇ ਇੱਕ ਜੋਬ ਆ ਜਿਹੜੀ ਟਾਟਾ ਮੋਟਰਸ ਕੰਪਨੀ ਦੇ ਵਿੱਚ ਪ੍ਰਾਪਤ ਕੀਤੀ ਸੀਗੀ, ਜਿਹੜੀ ਕਿ ਸਿਰਫ ਮੇਲ ਵਾਸਤੇ ਹੀ ਸੀ ਜਾਂ ਮੈਨ ਵਾਸਤੇ ਹੀ ਇਹਨਾਂ ਨੇ ਜੋਬ ਜਿਹੜੀ ਰਿਕੁਆਇਰਮੈਂਟ ਰੱਖੀਆਂ ਹੋਈਆਂ ਸੀਗੀਆਂ। ਲੇਡੀਜ਼ ਕੈਂਡੀਡੇਟ ਆ ਉਹਨਾਂ ਦੇ ਵਾਸਤੇ ਕਿਹਾ ਗਿਆ ਸੀਗਾ ਕਿ ਉਹ ਅਪਲਾਈ ਨਹੀਂ ਕਰ ਸਕਦੇ, ਬਟ ਸੁਧਾ ਨੇ ਇੱਕ ਚੈਲੰਜ ਦੇ ਤੌਰ ਤੇ ਇਸ ਚੀਜ਼ ਨੂੰ ਐਕਸੈਪਟ ਕੀਤਾ ਸੀਗਾ ਤੇ ਜੋਬ ਆ ਉਹ ਪ੍ਰਾਪਤ ਕੀਤੀ ਸੀ ਤੇ ਜੈਂਡਰ ਬੇਸ ਦੇ ਉੱਪਰ ਜਿਹੜਾ ਡਿਸਕ੍ਰਿਮੀਨੇਸ਼ਨ ਸੀਗਾ ਉਹਨੂੰ ਖਤਮ ਕੀਤਾ ਸੀਗਾ। ਇਹ ਜੋਬ ਉਹਨੇ ਕਿਵੇਂ ਪ੍ਰਾਪਤ ਕੀਤੀ ਸੀਗੀ, ਉਹਦੀ ਕਾਲਜ ਲਾਈਫ ਆ ਉਹ ਸਾਰੀ ਇਸ ਲੈਸਨ ਦੇ ਵਿੱਚ ਦੱਸੀ ਗਈ ਆ। ਸੋ ਲਿਸਨ ਐਂਡ ਵਾਚ ਇਟ ਵੈਰੀ ਕੇਅਰਫੁਲੀ, ਦਿਸ ਇਜ਼ ਅ ਵੈਰੀ ਇੰਪੋਰਟੈਂਟ ਟੋਪਿਕ। ਲੈਟਸ ਸਟਾਰਟ। In this essay, the writer Sudha Murthy described how she got a job which had been advertised only for men. ਇਸ ਲੈਸਨ ਦੇ ਵਿੱਚ ਸੁਧਾ ਮੂਰਤੀ ਡਿਸਕ੍ਰਾਈਬ ਕਰਦੀ ਆ ਕਿ ਕਿਸ ਤਰ੍ਹਾਂ ਉਸਨੇ ਜਿਹੜੀ ਜੋਬ ਆ ਉਹ ਪ੍ਰਾਪਤ ਕੀਤੀ ਸੀਗੀ, ਜਿਹੜੀ ਕਿ ਸਿਰਫ ਐਡਵਰਟਾਈਜ਼ ਕੀਤੀ ਗਈ ਸੀਗੀ ਮੈਨ ਦੇ ਵਾਸਤੇ। ਠੀਕ ਆ, ਇਟ ਵਾਜ਼ ਇਨ 1974 ਕਿ 1974 ਦੇ ਵਿੱਚ ਸੁਧਾ ਮੂਰਤੀ ਵਾਜ਼ ਇਨ ਦਾ ਫਾਈਨਲ ਈਅਰ ਆਫ ਹਰ ਐਮਟੈਕ ਕੋਰਸ ਐਟ ਦਾ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਇਨ ਬੈਂਗਲੌਰ। ਸੁਧਾ ਮੂਰਤੀ ਆ ਜਿਹੜੀ ਉਹ ਆਪਣਾ ਫਾਈਨਲ ਈਅਰ ਕਰ ਰਹੀ ਸੀ ਐਮਟੈਕ ਕੋਰਸ ਦਾ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੈਂਗਲੌਰ ਦੇ ਵਿੱਚ। ਠੀਕ ਆ, ਆ ਚੀਜ਼ ਧਿਆਨ 'ਚ ਰੱਖਣੀ ਹੈ ਕਿ ਕਿੱਥੇ ਉਹ ਆਪਣਾ ਕੋਰਸ ਕਰ ਰਹੀ ਸੀਗੀ। At that time this institute was known as Tata Institute। ਉਸ ਟਾਈਮ ਜਿਹੜਾ ਇਹ ਇੰਸਟੀਚਿਊਟ ਆ ਉਹ ਟਾਟਾ ਇੰਸਟੀਚਿਊਟ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਟ ਵਾਜ਼ ਕੋਐਡ ਕਾਲਜ, ਇਹ ਕੋਐਡ ਕਾਲਜ ਸੀਗਾ। ਸੁਧਾ ਸਟੇਡ ਐਟ ਦਾ ਲੇਡੀਜ਼ ਹੋਸਟਲ ਇਨ ਬੈਂਗਲੌਰ। ਸੁਧਾ ਕੀ ਆ ਲੇਡੀਜ਼ ਹੋਸਟਲ ਦੇ ਵਿੱਚ ਰਹਿ ਰਹੀ ਸੀਗੀ ਬੈਂਗਲੌਰ ਦੇ ਵਿੱਚ। ਸ਼ੀ ਵਾਜ਼ ਦਾ ਵੈਰੀ ਬ੍ਰਾਈਟ ਐਟ ਸਟੱਡੀਜ਼, ਬਹੁਤ ਅੱਛੀ ਸੀ ਉਹ ਸਟੱਡੀਜ਼ ਦੇ ਵਿੱਚ। ਸ਼ੀ ਵਾਜ਼ ਦਾ ਓਨਲੀ ਗਰਲ ਇਨ ਹਰ ਪੋਸਟ ਗ੍ਰੈਜੂਏਟ ਡਿਪਾਰਟਮੈਂਟ। ਉਹ ਸਿਰਫ ਇਕੱਲੀ ਲੜਕੀ ਸੀਗੀ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਦੇ ਵਿੱਚ। ਸੁਧਾ ਵਾਂਟਡ ਟੂ ਗੋ ਅਬਰੋਡ ਟੂ ਸਟੱਡੀ ਫॉर ਹਰ ਡਾਕਟਰੇਟ ਇਨ ਕੰਪਿਊਟਰ ਸਾਇੰਸ ਦੇ ਵਿੱਚ ਡਾਕਟਰੇਟ ਦੀ ਸਟੱਡੀ ਪ੍ਰਾਪਤ ਕਰਨ ਦੇ ਲਈ ਉਹ ਅਬਰੋਡ ਜਾਣਾ ਚਾਹੁੰਦੀ ਸੀਗੀ। ਇਨ ਫੈਕਟ ਸ਼ੀ ਵਾਜ਼ ਆਫਰਡ ਸਕੋਲਰਸ਼ਿਪ ਫਰੋਮ ਯੂਨੀਵਰਸਿਟੀਜ਼ ਇਨ ਦਾ US। ਹੁਣ US ਤੋਂ ਵੀ ਉਹਨੂੰ ਯੂਨੀਵਰਸਿਟੀਜ਼ ਤੋਂ ਉਸਨੂੰ ਸਕੋਲਰਸ਼ਿਪ ਆ ਉਹ ਆਫਰ ਕੀਤਾ ਗਿਆ ਸੀਗਾ। ਮੋਰ ਓਵਰ ਸ਼ੀ ਹੈਡ ਨੋਟ ਥਾਟ ਆਫ ਟੇਕਿੰਗ ਅਪ ਐਨੀ ਜੋਬ ਇਨ ਇੰਡੀਆ। ਇਸ ਤੋਂ ਇਲਾਵਾ ਉਸਨੂੰ ਕੋਈ ਵੀ ਵਿਚਾਰ ਨਹੀਂ ਸੀਗਾ ਇੰਡੀਆ ਦੇ ਵਿੱਚ ਜੋਬ ਕਰਨ ਦੇ ਲਈ। ਬਟ ਦੇਅਰ ਵਾਜ਼ ਸਮਥਿੰਗ ਡਿਫਰੈਂਟ ਇਨ ਦਾ ਸਟੋਰ ਆਫ ਫॉर ਹਰ। ਪਰ ਕਿਸਮਤ ਦੇ ਵਿੱਚ ਤਾਂ ਕੁਝ ਅਲੱਗ ਹੀ ਮਤਲਬ ਲਿਖਿਆ ਹੋਇਆ ਸੀਗਾ ਉਸਦੇ। ਵਨ ਡੇ ਸ਼ੀ ਸਾ ਐਨ ਐਡਵਰਟਾਈਜ਼ਮੈਂਟ ਔਨ ਦਾ ਨੋਟਿਸ ਬੋਰਡ ਆਫ ਹਰ ਕਾਲਜ। ਇੱਕ ਦਿਨ ਉਸਨੇ ਆਪਣੇ ਕਾਲਜ ਦੇ ਨੋਟਿਸ ਬੋਰਡ ਦੇ ਉੱਪਰ ਇੱਕ ਐਡਵਰਟਾਈਜ਼ਮੈਂਟ ਆ ਉਹ ਦੇਖੀ। ਇਟ ਵਾਜ਼ ਅਬਾਊਟ job requirement from the famous automobile company named Telco, which is now known as Tata Motors। ਤਾਂ ਇਹ ਜੋਬ ਰਿਕੁਆਇਰਮੈਂਟ ਸੀਗੀ ਫੇਮਸ ਆਟੋਮੋਬਾਈਲ ਕੰਪਨੀ ਜਿਹਦਾ ਨਾਮ ਕੀ ਸੀ ਟੈਲਕੋ, ਜਿਹੜੀ ਕਿ ਅੱਜ ਕਿਹੜੇ ਨਾਮ ਨਾਲ ਜਾਣੀ ਜਾਂਦੀ ਹੈ ਟਾਟਾ ਮੋਟਰਸ ਦੇ ਨਾਮ ਨਾਲ ਜਾਣੀ ਜਾਂਦੀ ਆ। The company required young and hard-working engineer with excellent academic background। ਕੰਪਨੀ ਨੇ ਕੀ ਰਿਕੁਆਇਰ ਕੀਤਾ ਸੀ, ਯੰਗ ਤੇ ਹਾਰਡ ਵਰਕਿੰਗ ਇੰਜੀਨੀਅਰ ਉਹਨਾਂ ਨੂੰ ਚਾਹੀਦੇ ਸੀ ਜਿਨ੍ਹਾਂ ਦੀ ਕੀ ਐਕੈਡੈਮਿਕ ਬੈਕਗਰਾਊਂਡ ਉਹ ਬਹੁਤ ਅੱਛੀ ਹੋਣੀ ਚਾਹੀਦੀ ਆ। ਬਟ ਸੁਧਾ became very upset when she read the line at the bottom of the advertisement। ਪਰ ਸੁਧਾ ਜਿਹੜੀ ਉਹ ਬੜੀ ਜ਼ਿਆਦਾ ਅਪਸੈਟ ਹੋਈ ਜਦੋਂ ਉਹਨੇ ਲਾਸਟ ਲਾਈਨ ਆ ਜਿਹੜੀ ਬੋਟਮ ਦੇ ਵਿੱਚ ਲਿਖੀ ਹੋਈ ਸੀਗੀ ਐਡਵਰਟਾਈਜ਼ਮੈਂਟ ਦੇ, ਉਹ ਉਹਨੇ ਰੀਡ ਕੀਤੀ ਸੀ। ਇਟ ਸੈਡ ਲੇਡੀ ਕੈਂਡੀਡੇਟ ਨੀਡ ਨਾਟ ਅਪਲਾਈ। ਤੇ ਇਹਦੇ ਵਿੱਚ ਕੀ ਕਿਹਾ ਗਿਆ ਸੀਗਾ ਕਿ ਲੇਡੀ ਕੈਂਡੀਡੇਟ ਆ ਉਹ ਅਪਲਾਈ ਨਹੀਂ ਕਰ ਸਕਦੇ। ਆ ਵੀ ਚੀਜ਼ ਤੁਸੀਂ ਧਿਆਨ 'ਚ ਰੱਖਣੀ ਹੈ ਰਾਜੇ। she was quite surprised to find such a big company discriminating on the basis of gender। ਉਹ ਬੜੀ ਜ਼ਿਆਦਾ ਸਰਪ੍ਰਾਈਜ਼ ਹੋਈ ਕਿ ਇੰਨੀ ਵੱਡੀ ਕੰਪਨੀ ਆ ਤੇ ਉਹ ਵੀ ਡਿਸਕ੍ਰਿਮੀਨੇਟ ਕਰ ਰਹੀ ਹੈ, ਪੱਖਪਾਤ ਕਰ ਰਹੀ ਆ ਜੈਂਡਰ ਦੇ ਬੇਸ ਦੇ ਉੱਪਰ। Though Sudha was not at all interested in getting a job, she took it as a challenge। ਸੁਧਾ ਕੀ ਆ ਵੀ ਇੰਟਰਸਟਡ ਤਾਂ ਨਹੀਂ ਸੀਗੀ ਮੀਡੀਆ ਦੇ ਵਿੱਚ ਜੋਬ ਕਰਨ ਲਈ, ਪਰ ਉਹਨੇ ਕੀ ਆ ਇਹਨੂੰ ਇੱਕ ਚੈਲੰਜ ਦੇ ਰੂਪ ਵਿੱਚ ਐਕਸੈਪਟ ਕੀਤਾ। She had always been ਪਰ excellent in academic in MTech। ਤੇ ਕੀ ਆ ਉਹ ਬਹੁਤ ਜ਼ਿਆਦਾ ਐਕਸੀਲੈਂਟ ਸੀਗੀ ਆਪਣੀ ਐਕੈਡੈਮਿਕ ਤੇ MTech ਦੇ ਵਿੱਚ। She had done better than
ਮੋਸਟ ਆਫ ਹਰ ਮੇਲ ਕਲਾਸਮੇਟ, ਉਹ ਹਮੇਸ਼ਾ ਤੋਂ ਹੀ ਕੀ ਆ ਬਹੁਤ ਜ਼ਿਆਦਾ ਬੈਟਰ ਕਰਦੀ ਸੀਗੀ ਆਪਣੇ ਜਿਹੜੇ ਮੇਲ ਕਲਾਸਮੇਟ ਸੀਗੇ ਉਹਨਾਂ ਦੇ ਨਾਲੋਂ ਵੀ, ਮਤਲਬ ਬਹੁਤ ਅੱਛਾ ਉਹਦਾ ਕੋਰਸ ਦੇ ਵਿੱਚ ਜਿਹੜਾ ਇੰਟਰਸਟ ਸੀਗਾ, ਸਟੱਡੀ ਦੇ ਵਿੱਚ ਇੰਟਰਸਟ ਸੀਗਾ। ਸੋ ਸ਼ੀ ਡਿਸਾਈਡਡ ਟੂ ਅਪਲਾਈ ਫॉर ਜੌਬ ਐਂਡ ਆਲਸੋ ਇਨਫੋਰਮ ਦਾ highest official in telco's management about the injustice that telco company was doing। ਹੁਣ ਕੀ ਆ ਉਹਨੇ ਡਿਸਾਈਡ ਕੀਤਾ ਕਿ ਜੌਬ ਲਈ ਅਪਲਾਈ ਕਰੇਗੀ ਤੇ ਇਨਫੋਰਮ ਵੀ ਕਰੇਗੀ ਹਾਈਐਸਟ ਆਫੀਸ਼ੀਅਲ ਇਨ ਟੈਲਕੋ ਮੈਨੇਜਮੈਂਟ ਨੂੰ ਕਿ ਜਿਹੜੀ ਤੁਹਾਡੀ ਕੰਪਨੀ ਆ ਉਹ ਕੀ ਕਰ ਰਹੀ ਹੈ, ਇਨਜਸਟਿਸ ਕਰ ਰਹੀ ਹੈ ਜੈਂਡਰ ਦੇ ਬੇਸ ਦੇ ਉੱਪਰ। ਬਟ ਦੇਅਰ ਵਾਜ਼ ਅ ਪ੍ਰੋਬਲਮ, ਪਰ ਇੱਥੇ ਇੱਕ ਪ੍ਰੋਬਲਮ ਸੀਗੀ ਕਿ ਸੁਦਾ ਡਿਡ ਨਾਟ ਨੋ ਹੂ ਹੈਡ ਟੈਲਕੋ, ਪਰ ਉਹਨੂੰ ਪਤਾ ਨਹੀਂ ਸੀਗਾ ਵੀ ਟੈਲਕੋ ਦਾ ਹੈਡ ਆ ਉਹ ਕੌਣ ਆ। ਸ਼ੀ ਹੈਡ ਸੀਨ ਦਾ ਪਿਕਚਰਸ ਆਫ ਮਿਸਟਰ JRD ਟਾਟਾ ਇਨ ਦਾ ਨਿਊਜ਼ਪੇਪਰ ਐਂਡ ਮੈਗਜ਼ੀਨ। ਕਈ ਵਾਰ ਉਸਨੇ ਮਤਲਬ ਮਿਸਟਰ ਜਿਹੜਾ JRD ਟਾਟਾ ਸੀਗਾ ਉਹਦੀਆਂ ਪਿਕਸ ਸੀਗੀਆਂ ਉਹ ਨਿਊਜ਼ਪੇਪਰ ਜਾਂ ਮੈਗਜ਼ੀਨ ਦੇ ਵਿੱਚ ਦੇਖੀਆਂ ਸੀਗੀਆਂ। ਸ਼ੀ ਥੋਟ ਦੈਟ ਮਿਸਟਰ JRD ਟਾਟਾ ਵਾਜ਼ ਦਾ ਹੈਡ ਆਫ ਦਾ ਟਾਟਾ ਗਰੁੱਪ, ਤਾਂ ਇਸ ਕਰਕੇ ਉਹਨੇ ਕੀ ਸੋਚਿਆ ਸੀਗਾ ਕਿ ਮਿਸਟਰ JRD ਟਾਟਾ ਜਿਹੜਾ ਉਹ ਹੈਡ ਆ ਟਾਟਾ ਗਰੁੱਪ ਦਾ। But in fact, Sumit Mulgaonkar was the chairman of company at that time। पर ਜਿਹੜਾ ਸੁਮਿਤ ਮੁਲਗਾਓਕਰ ਸੀਗਾ ਉਹ ਉਸ ਟਾਈਮ ਚੇਅਰਮੈਨ ਸੀਗਾ ਉਸ ਕੰਪਨੀ ਦਾ। However, Sudha wrote a letter to Mr. JRD Tata and saying the great Tatas have always been pointers। ਤਾਂ ਸੁਧਾ ਨੇ ਜਦੋਂ ਲੈਟਰ ਲਿਖਿਆ ਮਿਸਟਰ JRD ਟਾਟਾ ਨੂੰ ਤਾਂ ਉਹਦੇ ਵਿੱਚ ਉਸਨੇ ਕੀ ਲਿਖਿਆ ਕਿ ਜਿਹੜੀ ਗ੍ਰੇਟ ਟਾਟਾਜ਼ ਆ ਜਿਹੜੇ ਕਿ ਹਮੇਸ਼ਾ ਸਾਡੇ ਪੁਆਇੰਟਰ ਮੀਨਸ ਕੀ ਆ ਮਾਰਗਦਰਸ਼ਕ ਬਣ ਕੇ ਰਹੇ ਆ। ਦੇ ਸਟਾਰਟਡ ਦਾ ਬੇਸਿਕ ਇਨਫਰਾਸਟਰਕਚਰ ਇੰਡਸਟਰੀਜ਼ ਇਨ ਇੰਡੀਆ, ਉਹਨਾਂ ਨੇ ਇਨਫਰਾਸਟਰਕਚਰ ਜਿਹੜੀਆਂ ਇੰਡਸਟਰੀਜ਼ ਆ ਇੰਡੀਆ ਦੇ ਵਿੱਚ ਚਲਾਈਆਂ ਹੈਗੀਆਂ। they cared for higher education in India and they established the Indian Institute of Science in Bangalore। ਤੇ ਉਹ ਸਾਡੇ ਹਾਇਰ ਐਜੂਕੇਸ਼ਨ ਦੀ ਵੀ ਉਹਨਾਂ ਨੇ ਕੇਅਰ ਕੀਤੀ ਹੈ, ਇਸ ਕਰਕੇ ਇੰਡੀਆ ਦੇ ਵਿੱਚ ਉਹਨਾਂ ਨੇ ਕਈ ਤਰ੍ਹਾਂ ਦੇ ਜਿਹੜੇ ਇੰਡੀਅਨ ਇੰਸਟੀਚਿਊਟ ਸਾਇੰਸ ਆ ਜਿਹੜਾ ਬੰਗਲੌਰ ਦੇ ਵਿੱਚ ਉਹਨਾਂ ਨੇ ਐਸਟੈਬਲਿਸ਼ ਕੀਤਾ ਹੈਗਾ। she further wrote fortunately I study in this institute। ਤੇ ਮੈਂ ਵੀ ਮਤਲਬ ਇਸ ਜਿਹੜਾ ਇੰਸਟੀਚਿਊਟ ਇਹਦੇ ਵਿੱਚ ਸਟੱਡੀ ਕਰ ਰਹੀ ਹਾਂ, ਬਹੁਤ ਅੱਛੀ ਗੱਲ ਹੈ ਇਹ। but I am shocked to find such a huge company telco discriminating on the basis of gender। ਪਰ ਕਹਿੰਦੇ ਵੀ ਮੈਨੂੰ ਇਹ ਚੀਜ਼ ਸ਼ੌਕਡ ਕਰ ਰਹੀ ਹੈ, ਮੈਂ ਬਹੁਤ ਸ਼ੌਕਡ ਹੋਈ ਹੈ ਚੀਜ਼ ਨੂੰ ਫਾਈਂਡ ਆਊਟ ਕਰਕੇ ਕਿ ਇੰਨੀ ਵੱਡੀ ਕੰਪਨੀ ਆ ਜਿਹੜੀ ਟੈਲਕੋ ਉਹ ਡਿਸਕ੍ਰਿਮੀਨੇਟ ਪੱਖਪਾਤ ਕਿਉਂ ਕਰ ਰਹੀ ਹੈ ਜੈਂਡਰ ਦੇ ਬੇਸ ਦੇ ਉੱਪਰ। About 10 days after posting the letter, Sudha received a telegram from telco। ਹੁਣ ਜਦੋਂ 10 days ਬਾਅਦ ਉਸਨੂੰ ਇੱਕ ਜਿਹੜਾ ਲੈਟਰ ਉਹਨੇ ਪੋਸਟ ਕੀਤਾ ਸੀ ਉਸ ਤੋਂ 10 days ਬਾਅਦ ਸੁਧਾ ਨੂੰ ਇੱਕ ਜਿਹੜਾ ਟੈਲੀਗ੍ਰਾਮ ਆ ਟੈਲਕੋ ਤੋਂ ਮਤਲਬ ਮਿਲਿਆ ਸੀਗਾ। she was asked to appear on the interview at the telco Pune office। ਤਾਂ ਉਸਨੂੰ ਕੀ ਕਿਹਾ ਗਿਆ ਸੀਗਾ ਕਿ ਉਸਨੂੰ ਕਿਹਾ ਗਿਆ ਸੀ ਕਿ ਪੂਨੇ ਆਫਿਸ ਦੇ ਵਿੱਚ ਟੈਲਕੋ ਦੇ ਪੂਨੇ ਆਫਿਸ ਦੇ ਵਿੱਚ ਉਹਨਾਂ ਦੀ ਇੱਕ ਇੰਟਰਵਿਊ ਹੋਏਗੀ। ਸ਼ੀ ਵਾਜ਼ ਕਾਲਡ ਐਟ ਦਾ ਕੰਪਨੀਜ਼ ਐਕਸਪੈਂਸ, ਤੇ ਉਹਨਾਂ ਨੂੰ ਕੰਪਨੀ ਦੇ ਖਰਚੇ ਦੇ ਉੱਪਰ ਹੀ ਉੱਥੇ ਬੁਲਾਇਆ ਗਿਆ ਸੀਗਾ। ਇਟ ਵਾਜ਼ ਅ ਬਿਗ ਸਰਪ੍ਰਾਈਜ਼ ਫॉर ਸੁਧਾ, ਤਾਂ ਇਹ ਸੁਧਾ ਦੇ ਲਈ ਬੜਾ ਵੱਡਾ ਸਰਪ੍ਰਾਈਜ਼ ਸੀ। ਸ਼ੀ ਵਾਜ਼ ਨਾਟ ਪ੍ਰਪੇਅਰਡ ਫॉर ਦਿਸ, ਉਹ ਕੀ ਆ ਪੂਰੀ ਤਰ੍ਹਾਂ ਨਾਲ ਪ੍ਰਪੇਅਰ ਨਹੀਂ ਸੀਗੀ ਇਸ ਵਾਸਤੇ। ਬਟ her hostel mates asked her to make use of the opportunity to going to Pune free of cost। ਤਾਂ ਪਰ ਉਹਦੇ ਜਿਹੜੇ ਕਲਾਸਮੇਟ ਸੀਗੀਆਂ ਉਹਦੀਆਂ ਫਰੈਂਡਸ ਸੀਗੀਆਂ ਜਿਹੜੀਆਂ ਉਹਨਾਂ ਨੇ ਕਿਹਾ ਕਿ ਤੈਨੂੰ ਇੱਕ ਮੌਕਾ ਮਿਲ ਰਿਹਾ ਫ੍ਰੀ ਆਫ ਕੋਸਟ ਤੇ ਪੁਣੇ ਘੁੰਮਣ ਦਾ। ਦੇ ਆਲਸੋ ਆਸਕਡ ਹਰ ਟੂ ਬਾਈ ਦੈਮ ਫੇਮਸ ਪੁਣੇ ਸਾਰੀਜ਼ ਫॉर ਚੀਪ। ਤਾਂ ਉਹਨਾਂ ਨੇ ਇਹ ਵੀ ਕਿਹਾ ਵੀ ਉਹਨਾਂ ਦੇ ਵਾਸਤੇ ਜਿਹੜੀਆਂ ਫੇਮਸ ਪੁਣੇ ਦੀਆਂ ਸਾਰੀਜ਼ ਆ ਉਹ ਖਰੀਦ ਕੇ ਲੈ ਕੇ ਆਵੇ ਬਹੁਤ ਘੱਟ ਰੇਟ ਤੇ ਜੋ ਮਿਲਦੀਆਂ ਹੈਗੀਆਂ। And each girl who wanted a Pune sari paid its price to Sudha in advance। ਤੇ ਜਿਹੜੀ ਲੜਕੀ ਸੀਗੀ ਉਹ ਪੁਣੇ ਦੀ ਸਾੜੀ ਚਾਹੁੰਦੀ ਸੀ ਉਹਨੇ ਪਹਿਲਾਂ ਹੀ ਐਡਵਾਂਸ ਦੇ ਵਿੱਚ ਸੁਧਾ ਨੂੰ ਜਿਹੜੀ ਪੇਮੈਂਟ ਆ ਉਹ ਦੇ ਦਿੱਤੀ ਸੀਗੀ। When Sudha reached Pune, she went to telco ਪਿੰਪਰੀ ਆਫਿਸ ਐਜ਼ ਡਾਇਰੈਕਟਰ। ਜਦੋਂ ਸੁਧਾ ਪੁਣੇ ਪਹੁੰਚ ਗਈ ਸੀ ਤਾਂ ਉਹ ਪਿੰਪਰੀ ਆਫਿਸ ਦੇ ਵਿੱਚ ਪਹੁੰਚ ਗਈ ਜਿਹੜੀ ਜਿਵੇਂ ਕਿ ਉਹਨੂੰ ਡਾਇਰੈਕਟ ਕੀਤਾ ਗਿਆ ਸੀ। There she was to appear for the interview। ਤਾਂ ਇੱਥੇ ਉਹ ਇੰਟਰਵਿਊ ਦੇ ਵਿੱਚ ਅਪੀਅਰ ਹੋਈ। ਦੇ ਔਨ ਦਾ ਇੰਟਰਵਿਊ ਪੈਨਲ there were 6 people। ਇੰਟਰਵਿਊ ਪੈਨਲ ਦੇ ਵਿੱਚ ਕਿੰਨੇ ਪੀਪਲ ਸੀਗੇ? 6 ਪੀਪਲ ਸੀਗੇ। ਇਹ ਵੀ ਚੀਜ਼ ਤੁਸੀਂ ਧਿਆਨ 'ਚ ਰੱਖਣੀ ਆ। As Sudha entered the room, she heard a whisper। ਜਦੋਂ ਹੀ ਸੁਧਾ ਰੂਮ ਦੇ ਵਿੱਚ ਐਂਟਰ ਕੀਤੀ ਤਾਂ ਉਹਨੇ ਇੱਕ ਵਿਸਪਰ ਮਤਲਬ ਇੱਕ ਫੁਸਫੁਸਾਹਟ ਆ ਉੱਥੇ ਸੁਣੀ। This is the girl who wrote to Mr. JRD। ਇਹ ਉਹੀ ਲੜਕੀ ਹੈ ਜਿਸ ਨੇ ਮਿਸਟਰ JRD ਨੂੰ ਲਿਖਿਆ ਸੀਗਾ। It made
ਸੁਦਾ ਸ਼ੋਰ ਦੈਟ ਸ਼ੀ ਵੁੱਡ not get this job, ਤਾਂ ਸੁਦਾ ਸ਼ੋਰ ਹੋ ਗਈ ਸੀਗੀ ਕਿ ਤਾਂ ਉਸ ਨੂੰ ਇਹ ਜੋਬ ਉਹ ਨਹੀਂ ਮਿਲ ਸਕੇਗੀ। this realization abolished all fears from her mind and she became rather cool during the interview। ਇਸ realization ਨੇ ਉਹਦੇ ਦਿਲ ਦੇ ਮਨ ਦੇ ਉੱਪਰੋਂ ਸਾਰੇ ਜਿਹੜੇ ਡਰ ਸੀਗੇ ਉਹ ਮਿਟਾ ਦਿੱਤੇ ਤੇ ਉਹ ਪੂਰੀ ਤਰ੍ਹਾਂ ਕੂਲ ਹੋ ਗਈ ਸੀ ਇੰਟਰਵਿਊ ਦੇ ਦੌਰਾਨ। even before the interview started, she had opinion that the panel was still biased on the basis of gender। ਤਾਂ ਇੰਟਰਵਿਊ ਤੋਂ ਪਹਿਲਾਂ ਹੀ ਉਹਨੇ ਮਤਲਬ ਜਿਹੜਾ ਪੈਨਲ ਸੀਗਾ ਜਿੰਨੇ ਵੀ ਉਹਦੇ ਵਿੱਚ ਮਤਲਬ ਲੋਕ ਬੈਠੇ ਹੋਏ ਸੀਗੇ ਤਾਂ ਉਹਨੇ ਮਤਲਬ ਉਹਨੂੰ ਇਹੀ ਲੱਗ ਰਿਹਾ ਸੀ ਕਿ ਇਹ ਸਾਰੇ ਉਹ ਜੈਂਡਰ ਬੇਸਿਸ ਦੇ ਉੱਪਰ ਬਾਇਸਡ ਆ, ਵੀ ਪੱਖਪਾਤ ਦੇ ਨਾਲ ਹੀ ਇਹ ਸੰਬੰਧਿਤ ਆ। so she said the panel, I hope this is the only technical interview। ਤਾਂ ਉਹਨੇ ਪੈਨਲ ਦੇ ਵਿੱਚ ਇੱਕ ਮਤਲਬ ਕਿਹਾ ਕਿ ਮੈਨੂੰ ਪੂਰੀ ਤਰ੍ਹਾਂ ਉਮੀਦ ਹੈ ਕਿ ਇਹ ਸਿਰਫ ਇੱਕ ਟੈਕਨੀਕਲ ਇੰਟਰਵਿਊ ਆ। they were taken aback at her rudeness। ਤਾਂ ਉਹਨਾਂ ਨੇ ਮਤਲਬ ਉਹਦੀ rudeness ਨੂੰ ਦੇਖਦੇ ਹੋਏ however they asked for her technical questions। ਤਾਂ ਉਹਨਾਂ ਨੇ ਉਹਨੂੰ ਸਿਰਫ ਇੱਕ ਜਿਹੜੇ ਸੀਗੇ ਟੈਕਨੀਕਲ ਕੁਐਸਚਨਸ ਆ ਉਹ ਕੀਤੇ। and Sudha gave right answers to all the question। ਤੇ ਸੁਧਾ ਨੇ ਬਿਲਕੁਲ ਜਿਹੜੇ ਆਨਸਰ ਸੀਗੇ ਉਹ ਰਾਈਟ ਕੀਤੇ, ਜੋ ਵੀ ਉਹਨੂੰ ਕੁਐਸਚਨ ਆ ਉਹ ਪੁੱਟ ਕੀਤੇ ਗਏ ਸੀਗੇ। then an elderly gentleman of the members asked her very affectionately। ਤਾਂ ਇੱਕ elderly ਮਤਲਬ old age ਦਾ person ਸੀਗਾ, gentleman ਸੀਗਾ, ਉਹਨਾਂ ਨੇ ਉਸ ਨੂੰ ਜਿਹੜੇ affectionately ਕੁਝ ਪੁੱਛਿਆ। do you know why we said lady candidate need not apply? ਕਿ ਤੁਹਾਨੂੰ ਪਤਾ ਹੈ ਕਿ ਅਸੀਂ ਕਿਉਂ ਕਿਹਾ ਹੈ ਕਿ lady candidate ਉਹ ਅਪਲਾਈ ਨਹੀਂ ਕਰ ਸਕਦੇ। he told her that they had never before employed any ladies on the shop floor। ਉਹ ਕਹਿੰਦੇ ਵੀ ਅਸੀਂ ਸਾਡੇ ਜਿਹੜਾ ਸ਼ੌਪ ਫਲੋਰ ਜਾਂ ਕਾਰਖਾਨਾ ਹੈਗਾ ਇਸ ਦੇ ਵਿੱਚ ਕਦੇ ਵੀ ਇਸ ਤੋਂ ਪਹਿਲਾਂ ਕਿਸੇ ਵੀ ਲੇਡੀਜ਼ ਨੂੰ ਅਪਲਾਈ ਕੰਮ ਨਹੀਂ ਕਰਨ ਦਿੱਤਾ ਹੈਗਾ, ਕਦੇ ਵੀ ਇੱਥੇ ਕੰਮ ਨਹੀਂ ਕੀਤਾ ਹੈਗਾ ਲੇਡੀਜ਼ ਨੇ। he further said that this is not a co-ed college, this is a factory। ਕਹਿੰਦੇ ਵੀ ਇਹ ਤੁਹਾਡਾ ਕੋਈ co-ed college ਨਹੀਂ ਹੈਗਾ, ਇਹ ਇੱਕ ਫੈਕਟਰੀ ਹੈਗੀ ਆ। at this Sudha said but you must start somewhere, otherwise no woman will ever be able to work in your factories। ਉਹ ਕਹਿੰਦੀ ਵੀ ਪਰ ਕਦੇ ਨਾ ਕਦੇ ਤੁਹਾਨੂੰ ਸ਼ੁਰੂਆਤ ਕਰਨੀ ਹੀ ਹੋਵੇਗੀ, ਨਹੀਂ ਤਾਂ ਕਦੇ ਵੀ ਇਸ ਫੈਕਟਰੀਜ਼ ਦੇ ਵਿੱਚ ਜਿਹੜੀ ਕੋਈ ਵੀ ਲੇਡੀ ਆ ਉਹ ਏਬਲ ਨਹੀਂ ਹੋ ਸਕੇਗੀ ਕੰਮ ਕਰਨ ਦੇ। finally Sudha remained successful in the interview and got a job। ਤਾਂ finally ਜਿਹੜੀ ਸੁਧਾ ਸੀ ਉਹ ਆਪਣੀ ਇੰਟਰਵਿਊ ਦੇ ਵਿੱਚ ਸਕਸੈਸ ਹੋਈ ਤੇ ਉਹਨੂੰ ਜੌਬ ਮਿਲ ਗਈ ਪੁਣੇ ਦੇ ਵਿੱਚ। after joining telco now Sudha realized who Mr. JRD was। ਤਾਂ ਜਦੋਂ ਉਹਨੇ ਟੈਲਕੋ ਦੇ ਵਿੱਚ ਜੁਆਇਨ ਕੀਤਾ ਤਾਂ ਉਸ ਤੋਂ ਬਾਅਦ ਉਹਨੂੰ ਰਿਅਲਾਈਜ਼ ਹੋਇਆ ਕਿ ਕੌਣ ਸੀਗਾ ਮਿਸਟਰ JRD, the uncrowned king of Indian industry। ਉਹ ਕੌਣ ਸੀਗਾ? uncrowned king ਸੀਗਾ ਇੰਡੀਅਨ ਇੰਡਸਟਰੀ ਦਾ। however she could not meet ਮਿਸਟਰ JRD till she was transferred to Bombay। ਉਹ ਕੀ ਆ ਵੀ ਉਹਨਾਂ ਟਾਈਮ ਉਸਨੂੰ ਜਿਹੜਾ ਮਿਸਟਰ JRD ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ ਸੀ ਜਿੰਨਾ ਟਾਈਮ ਕਿ ਉਹਦੀ ਬੰਬੇ ਦੇ ਵਿੱਚ ਟ੍ਰਾਂਸਫਰ ਨਹੀਂ ਹੋਈ ਸੀਗੀ। one day Sudha had to show some reports to the chairman Mr. ਮੁਲਗਾਓਕਰ। ਜਿਹੜੀ ਸੁਧਾ ਸੀਗੀ ਉਹ ਰਿਪੋਰਟਸ ਕੁਝ ਦਿਖਾਉਣ ਜਾ ਰਹੀ ਸੀਗੀ ਮਿਸਟਰ ਮੁਲਗਾਓਕਰ ਨੂੰ ਜਿਹੜਾ ਕਿ ਚੇਅਰਮੈਨ ਸੀਗਾ। she went to his office। ਉਹਦੇ ਆਫਿਸ ਜਾ ਰਹੀ ਸੀਗੀ। suddenly Mr. JRD to come there। ਅਚਾਨਕ ਜਿਹੜਾ ਮਿਸਟਰ JRD ਸੀ ਉਹ ਵੀ ਉੱਥੇ ਆਇਆ ਹੋਇਆ ਸੀ। it was the first time that she met Mr. JRD ਟਾਟਾਜ਼। ਤਾਂ ਇਹ ਫਸਟ ਟਾਈਮ ਸੀਗਾ ਜਦੋਂ ਕਿ ਉਸਨੇ ਮਿਸਟਰ JRD ਟਾਟਾ ਨੂੰ ਦੇਖਿਆ ਸੀਗਾ। ਮਿਸਟਰ ਮੁਲਗਾਓਕਰ introduced her to Mr. JRD saying she is the first woman to work on the telco shop floor। ਤਾਂ ਜਿਹੜਾ ਮਿਸਟਰ ਮੁਲਗਾਓਕਰ ਸੀਗਾ ਉਹ ਮਿਸਟਰ JRD ਟਾਟਾ ਨੂੰ ਦੇ ਨਾਲ ਜਿਹੜਾ ਹੈਗਾ ਸੁਧਾ ਨੂੰ ਇੰਟਰੋਡਿਊਸ ਕਰਾ ਰਿਹਾ ਸੀਗਾ ਕਿ ਇਹ ਕੀ ਆ, ਇਹ ਪਹਿਲੀ ਲੜਕੀ ਹੈ ਜਿਸ ਨੇ ਕਿ ਸਾਡੀ ਸ਼ੌਪ ਫਲੋਰ ਦੇ ਵਿੱਚ ਜਿਹੜੀ ਕੰਮ ਕੀਤਾ ਹੈਗਾ, ਵੀ ਇਹੀ ਪਹਿਲੀ ਅਪਲਾਈ ਕੀਤੀ ਗਈ ਹੈ ਲੜਕੀ ਹੈ ਉਹ। ਸੋ ਸਟੂਡੈਂਟ ਇਹ ਸਮਰੀ ਸੀਗੀ ਤੁਹਾਡੇ ਫਸਟ ਚੈਪਟਰ ਦੀ। ਆਈ ਹੋਪ ਕਿ ਤੁਹਾਨੂੰ ਇਹ ਪੂਰੀ ਤਰ੍ਹਾਂ ਸਮਝ ਆ ਗਈ ਹੋਗੀ। ਇਫ you have any doubt you can ask me. Thank you.